प्यारे बच्चों, अज ਦੀ इस वीडियो ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪਾਠ ਨੰਬਰ 15 ਪ੍ਰਕਾਸ਼ ਦੇ ਅਭਿਆਸ ਕਿਰਿਆਵਾਂ ਨਾਲ ਸੰਬੰਧਿਤ ਅਤੇ ਇੱਕ ਅੰਕ ਵਾਲੇ ਬਹੁ ਵਿਕਲਪੀ ਯਾਨੀ ਕਿ ਮਲਟੀਪਲ ਚੁਆਇਸ ਕੁਐਸਚਨਸ ਹੱਲ ਕਰਾਂਗੇ। ਇਸ ਵੀਡੀਓ ਨੂੰ ਵੇਖਣ ਤੋਂ ਪਹਿਲਾਂ ਪਿਆਰੇ ਬੱਚਿਓ, ਤੁਸੀਂ ਇੱਕ ਵਾਰ ਆਪਣੀ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਵਿੱਚੋਂ ਪਾਠ ਨੰਬਰ 15 ਪ੍ਰਕਾਸ਼ ਨੂੰ ਜ਼ਰੂਰ ਪੜ੍ਹ ਲੈਣਾ ਹੈ। ਕਿਰਿਆ 15.2 ਦਰਪਣ ਦੁਆਰਾ ਪਰਾਵਰਤਨ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 179 ਅਤੇ 180 ਉੱਪਰ ਦਿੱਤੀ ਗਈ ਹੈ। ਆਓ ਹੁਣ ਅਸੀਂ ਕਰਦੇ ਹਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੁਆਰਾ ਆਪਣੀ ਦਿਸ਼ਾ ਬਦਲਣ ਦੀ ਕਿਰਿਆ ਨੂੰ ਡੈਸ਼ ਆਖਦੇ ਹਨ। ਪਿਆਰੇ ਬੱਚਿਓ, ਦਰਪਣ ਤੇ ਟਕਰਾਉਣ ਤੋਂ ਬਾਅਦ ਪ੍ਰਕਾਸ਼ ਦੁਆਰਾ ਆਪਣੀ ਦਿਸ਼ਾ ਬਦਲਣ ਦੀ ਕਿਰਿਆ ਨੂੰ ਕੀ ਆਖਦੇ ਨੇ? ਇਸ ਨੂੰ ਅਸੀਂ ਆਖਦੇ ਹਾਂ ਪਿਆਰੇ ਬੱਚਿਓ ਪ੍ਰਕਾਸ਼ ਦਾ ਪਰਾਵਰਤਨ। ਪ੍ਰਸ਼ਨ ਨੰਬਰ 2, ਆਪਤਨ ਕੋਣ ਪਰਾਵਰਤਨ ਕੋਣ ਦੇ ਬਰਾਬਰ ਹੁੰਦਾ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ ਹੈ। ਪਿਆਰੇ ਬੱਚਿਓ, ਆਪਤਨ ਕੋਣ ਪਰਾਵਰਤਨ ਕੋਣ ਦੇ ਹਮੇਸ਼ਾ ਬਰਾਬਰ ਹੁੰਦਾ ਹੈ। ਇਹ ਕਥਨ ਬਿਲਕੁਲ ਸਹੀ ਹੈ। ਕਿਰਿਆ 15.3 ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਬਰਾਬਰ ਹੁੰਦੇ ਹਨ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 182 183 ਉੱਪਰ ਦਿੱਤੀ ਗਈ ਹੈ। ਆਓ ਹੁਣ ਅਸੀਂ ਕਰਦੇ ਹਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਡੈਸ਼ ਹੁੰਦੇ ਹਨ। ਪਿਆਰੇ ਬੱਚਿਓ, ਦਰਪਣ ਦੇ ਸਾਹਮਣੇ ਰੱਖੀ ਵਸਤੂ ਦੀ ਦਰਪਣ ਤੋਂ ਦੂਰੀ ਅਤੇ ਦਰਪਣ ਦੇ ਪਿੱਛੇ ਪ੍ਰਤੀਬਿੰਬ ਦੀ ਦਰਪਣ ਤੋਂ ਦੂਰੀ ਕੀ ਹੁੰਦੇ ਨੇ? ਇਹ ਪਿਆਰੇ ਬੱਚਿਓ ਬਰਾਬਰ ਹੁੰਦੇ ਹਨ। ਪ੍ਰਸ਼ਨ ਨੰਬਰ 2, ਇੱਕ ਗ੍ਰਾਫ ਪੇਪਰ ਦੇ ਵਰਗਾਂ ਦੇ ਆਕਾਰ ਵੱਖ-ਵੱਖ ਹੁੰਦੇ ਹਨ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਠੀਕ ਹੈ ਕਿ ਇਹ ਕਥਨ ਗਲਤ ਹੈ। ਪਿਆਰੇ ਬੱਚਿਓ, ਗ੍ਰਾਫ ਪੇਪਰ ਦੇ ਵਰਗਾਂ ਦੇ ਆਕਾਰ ਵੱਖ-ਵੱਖ ਨਹੀਂ ਹੁੰਦੇ, ਬਲਕਿ ਸਾਰੇ ਇੱਕ ਸਮਾਨ ਹੁੰਦੇ ਨੇ, ਸਾਰੇ ਬਰਾਬਰ ਹੁੰਦੇ ਹਨ। ਇਸ ਕਰਕੇ ਇਹ ਕਥਨ ਕੀ ਹੋ ਜਾਵੇਗਾ? ਇਹ ਕਥਨ ਹੋ ਜਾਵੇਗਾ ਗਲਤ। ਪ੍ਰਸ਼ਨ ਨੰਬਰ 3, ਸਮਤਲ ਦਰਪਣ ਨੂੰ ਗ੍ਰਾਫ ਪੇਪਰ ਤੇ ਸਿੱਧਾ ਖੜਾ ਕਰਨਾ ਚਾਹੀਦਾ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਠੀਕ ਹੈ ਕਿ ਇਹ ਕਥਨ ਗਲਤ ਹੈ। ਪਿਆਰੇ ਬੱਚਿਓ, ਬਿਲਕੁਲ ਸਮਤਲ ਦਰਪਣ ਨੂੰ ਗ੍ਰਾਫ ਪੇਪਰ ਤੇ ਸਿੱਧਾ ਖੜਾ ਕਰਨਾ ਚਾਹੀਦਾ ਹੈ। ਇਹ ਕਥਨ ਬਿਲਕੁਲ ਠੀਕ ਹੈ। ਕਿਰਿਆ 15.4 ਇੱਕ ਅਵਤਲ ਦਰਪਣ ਦੀ ਵਰਤੋਂ ਕਰਕੇ ਦੀਵਾਰ ਤੇ ਸੂਰਜ ਦਾ ਪ੍ਰਤੀਬਿੰਬ ਬਣਾਉਣਾ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 184 ਅਤੇ 85 ਉੱਪਰ ਦਿੱਤੀ ਗਈ ਹੈ। ਆਓ ਹੁਣ ਅਸੀਂ ਕਰਦੇ ਹਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਅਵਤਲ ਦਰਪਣ ਦੁਆਰਾ ਦੀਵਾਰ ਤੇ ਬਣਾਇਆ ਸੂਰਜ ਦਾ ਪ੍ਰਤੀਬਿੰਬ ਇੱਕ ਡੈਸ਼ ਪ੍ਰਤੀਬਿੰਬ ਹੈ। ਪਿਆਰੇ ਬੱਚਿਓ, ਅਵਤਲ ਦਰਪਣ ਦੁਆਰਾ ਦੀਵਾਰ ਤੇ ਬਣਾਇਆ ਸੂਰਜ ਦਾ ਪ੍ਰਤੀਬਿੰਬ ਕੀ ਹੈ? ਇੱਕ ਵਾਸਤਵਿਕ ਪ੍ਰਤੀਬਿੰਬ ਹੈ। ਪ੍ਰਸ਼ਨ ਨੰਬਰ 2, ਅਸੀਂ ਇੱਕ ਮੋਮਬੱਤੀ ਦਾ ਪ੍ਰਤੀਬਿੰਬ ਇੱਕ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਇਹ ਕਥਨ ਗਲਤ ਹੈ। ਪਿਆਰੇ ਬੱਚਿਓ, ਅਸੀਂ ਇੱਕ ਮੋਮਬੱਤੀ ਦਾ ਜਿਹੜਾ ਪ੍ਰਤੀਬਿੰਬ ਹੈ ਉਹ ਇੱਕ ਸਕਰੀਨ ਤੇ ਪ੍ਰਾਪਤ ਕਰ ਸਕਦੇ ਹਾਂ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਸਹੀ ਹੈ। ਕਿਰਿਆ 15.5 ਅਵਤਲ ਦਰਪਣ ਦੀ ਵਰਤੋਂ ਕਰਕੇ ਕਿਸੇ ਵਸਤੂ ਦਾ ਪ੍ਰਤੀਬਿੰਬ ਦੀਵਾਰ ਤੇ ਪ੍ਰਾਪਤ ਕਰਨਾ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 185 186 ਉੱਪਰ ਦਿੱਤੀ ਗਈ ਹੈ। ਆਓ ਹੁਣ ਅਸੀਂ ਕਰਦੇ ਹਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਜਦੋਂ ਵਸਤੂ ਅਵਤਲ ਦਰਪਣ ਤੋਂ ਬਹੁਤ ਜ਼ਿਆਦਾ ਦੂਰ ਹੋਵੇ ਤਾਂ ਪ੍ਰਤੀਬਿੰਬ ਡੈਸ਼ ਅਤੇ ਡੈਸ਼ ਹੁੰਦਾ ਹੈ। ਪਿਆਰੇ ਬੱਚਿਓ, ਜਦੋਂ ਵਸਤੂ ਅਵਤਲ ਦਰਪਣ ਤੋਂ ਬਹੁਤ ਜ਼ਿਆਦਾ ਦੂਰ ਹੋਵੇ ਤਾਂ ਜਿਹੜਾ ਪ੍ਰਤੀਬਿੰਬ ਹੁੰਦਾ ਹੈ ਉਹ ਛੋਟਾ ਅਤੇ ਉਲਟਾ ਹੁੰਦਾ ਹੈ। ਪ੍ਰਸ਼ਨ ਨੰਬਰ 2, ਸਕਰੀਨ ਤੇ ਬਣਿਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ? ਪਿਆਰੇ ਬੱਚਿਓ, ਬਿਲਕੁਲ ਸਕਰੀਨ ਤੇ ਜਿਹੜਾ ਬਣਿਆ ਪ੍ਰਤੀਬਿੰਬ ਹੁੰਦਾ ਉਹ ਵਾਸਤਵਿਕ ਹੁੰਦਾ ਹੈ। ਇਹ ਕਥਨ ਬਿਲਕੁਲ ਸਹੀ ਹੈ। ਪ੍ਰਸ਼ਨ ਨੰਬਰ 3, ਅਵਤਲ ਦਰਪਣ ਲਈ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ ਹੈ? ਪਿਆਰੇ ਬੱਚਿਓ, ਅਵਤਲ ਦਰਪਣ ਲਈ ਹਮੇਸ਼ਾ ਵਾਸਤਵਿਕ ਪ੍ਰਤੀਬਿੰਬ ਬਣਦਾ ਹੈ। ਇਹ ਕਥਨ ਬਿਲਕੁਲ ਗਲਤ ਹੈ। ਕਿਰਿਆ 15.6 ਉੱਤਲ ਲੈਂਜ ਦੀ ਵਰਤੋਂ ਕਰਕੇ ਕਿਸੇ ਕਾਗਜ਼ ਉੱਤੇ ਸੂਰਜ ਦਾ ਪ੍ਰਤੀਬਿੰਬ ਬਣਾਉਣਾ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 188 ਉੱਪਰ ਦਿੱਤੀ ਗਈ ਹੈ। ਪਿਆਰੇ ਬੱਚਿਓ, ਕਰਦੇ ਹਾਂ ਆਪਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1,
ਕਾਗਜ਼ ਉੱਤੇ ਮਿਲਣ ਵਾਲਾ ਪ੍ਰਕਾਸ਼ ਦਾ ਚਮਕਦਾਰ ਨਿਸ਼ਾਨ ਡੈਸ਼ ਦਾ ਪ੍ਰਤੀਬਿੰਬ ਹੁੰਦਾ ਹੈ। ਪਿਆਰੇ ਬੱਚਿਓ, ਕਾਗਜ਼ ਉੱਤੇ ਮਿਲਣ ਵਾਲਾ ਪ੍ਰਕਾਸ਼ ਦਾ ਚਮਕਦਾਰ ਨਿਸ਼ਾਨ ਕਿਸ ਦਾ ਪ੍ਰਤੀਬਿੰਬ ਹੁੰਦਾ ਹੈ? ਉਹ ਪਿਆਰੇ ਬੱਚਿਓ ਪ੍ਰਤੀਬਿੰਬ ਹੁੰਦਾ ਹੈ ਸੂਰਜ ਦਾ। ਪ੍ਰਸ਼ਨ ਨੰਬਰ 2, ਕਾਗਜ਼ ਉੱਤੇ ਮਿਲਣ ਵਾਲਾ ਪ੍ਰਤੀਬਿੰਬ ਆਭਾਸੀ ਪ੍ਰਤੀਬਿੰਬ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ ਹੈ। ਪਿਆਰੇ ਬੱਚਿਓ, ਕਾਗਜ਼ ਉੱਤੇ ਮਿਲਣ ਵਾਲਾ ਜਿਹੜਾ ਪ੍ਰਤੀਬਿੰਬ ਹੈ ਉਹ ਆਭਾਸੀ ਪ੍ਰਤੀਬਿੰਬ ਹੈ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਗਲਤ ਹੈ। ਕਿਰਿਆ 15.7 ਉੱਤਲ ਲੈਂਜ ਦੀ ਵਰਤੋਂ ਕਰਕੇ ਕਿਸੇ ਸਕਰੀਨ ਉੱਤੇ ਕਿਸੇ ਵਸਤੂ ਦਾ ਪ੍ਰਤੀਬਿੰਬ ਪ੍ਰਾਪਤ ਕਰਨਾ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 199 ਉੱਪਰ ਦਿੱਤੀ ਗਈ ਹੈ। ਪਿਆਰੇ ਬੱਚਿਓ, ਕਰਦੇ ਆਪਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਉੱਤਲ ਲੈਂਜ ਨੂੰ ਵਸਤੂ ਅਤੇ ਸਕਰੀਨ ਦੇ ਵਿਚਕਾਰ ਰੱਖਿਆ ਜਾਂਦਾ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ ਹੈ। ਪਿਆਰੇ ਬੱਚਿਓ, ਇਹ ਕਥਨ ਬਿਲਕੁਲ ਸਹੀ ਹੈ। ਉੱਤਲ ਲੈਂਜ ਨੂੰ ਵਸਤੂ ਅਤੇ ਸਕਰੀਨ ਦੇ ਵਿਚਕਾਰ ਰੱਖਿਆ ਜਾਂਦਾ ਹੈ। ਪ੍ਰਸ਼ਨ ਨੰਬਰ 2, ਉੱਤਲ ਲੈਂਜ ਲਈ ਬਣਨ ਵਾਲਾ ਪ੍ਰਤੀਬਿੰਬ ਹਮੇਸ਼ਾ ਵਾਸਤਵਿਕ ਹੁੰਦਾ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ ਹੈ। ਪਿਆਰੇ ਬੱਚਿਓ, ਇਹ ਕਥਨ ਬਿਲਕੁਲ ਗਲਤ ਹੈ। ਉੱਤਲ ਲੈਂਜ ਲਈ ਬਣਨ ਵਾਲਾ ਜਿਹੜਾ ਪ੍ਰਤੀਬਿੰਬ ਹੈ ਉਹ ਹਮੇਸ਼ਾ ਵਾਸਤਵਿਕ ਨਹੀਂ ਹੁੰਦਾ। ਕਿਰਿਆ 15.8 7 ਰੰਗਾਂ ਨੂੰ ਮਿਲਾ ਕੇ ਸਫੈਦ ਪ੍ਰਕਾਸ਼ ਬਣਾਉਣਾ। ਪਿਆਰੇ ਬੱਚਿਓ, ਇਹ ਕਿਰਿਆ ਸਾਨੂੰ 7ਵੀਂ ਜਮਾਤ ਦੀ ਵਿਗਿਆਨ ਵਿਸ਼ੇ ਦੀ ਪਾਠ ਪੁਸਤਕ ਦੇ ਪੰਨਾ ਨੰਬਰ 191 ਉੱਪਰ ਦਿੱਤੀ ਗਈ ਹੈ। ਆਓ ਹੁਣ ਆਪਾਂ ਕਰਦੇ ਹਾਂ ਇਸ ਕਿਰਿਆ ਨਾਲ ਸੰਬੰਧਿਤ ਕੁਝ ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਨੰਬਰ 1, ਸਫੈਦ ਪ੍ਰਕਾਸ਼ ਡੈਸ਼ ਰੰਗਾਂ ਦਾ ਬਣਿਆ ਹੁੰਦਾ ਹੈ। ਪਿਆਰੇ ਬੱਚਿਓ, ਸਫੈਦ ਪ੍ਰਕਾਸ਼ ਕਿੰਨੇ ਰੰਗਾਂ ਦਾ ਬਣਿਆ ਹੁੰਦਾ ਹੈ? ਸਫੈਦ ਪ੍ਰਕਾਸ਼ ਬਣਿਆ ਹੁੰਦਾ ਪਿਆਰੇ ਬੱਚਿਓ 7 ਰੰਗਾਂ ਦਾ। ਪ੍ਰਸ਼ਨ ਨੰਬਰ 2, ਜਦੋਂ 7 ਰੰਗਾਂ ਵਾਲੀ ਡਿਸਕ ਨੂੰ ਘੁਮਾਇਆ ਜਾਂਦਾ ਹੈ ਤਾਂ ਇਹ ਲਾਲ ਨਜ਼ਰ ਆਉਂਦੀ ਹੈ। ਪਿਆਰੇ ਬੱਚਿਓ, ਆਪਾਂ ਦੱਸਣਾ ਇਹ ਕਥਨ ਸਹੀ ਹੈ ਕਿ ਗਲਤ ਹੈ। ਪਿਆਰੇ ਬੱਚਿਓ, ਜਦੋਂ 7 ਰੰਗਾਂ ਵਾਲੀ ਡਿਸਕ ਨੂੰ ਘੁਮਾਇਆ ਜਾਂਦਾ ਹੈ ਤਾਂ ਲਾਲ ਨਜ਼ਰ ਆਉਂਦੀ ਹੈ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਗਲਤ ਹੈ। ਪ੍ਰਸ਼ਨ ਨੰਬਰ 3, 7 ਰੰਗਾਂ ਦੇ ਨਾਮ ਲੜੀਵਾਰ ਦੱਸੋ ਜਿਨ੍ਹਾਂ ਤੋਂ ਮਿਲ ਕੇ ਸਫੈਦ ਪ੍ਰਕਾਸ਼ ਬਣਿਆ ਹੈ। ਪਿਆਰੇ ਬੱਚਿਓ, ਜਿਸ ਤੋਂ ਮਿਲ ਕੇ ਸਫੈਦ ਪ੍ਰਕਾਸ਼ ਬਣਿਆ ਹੈ ਉਹ 7 ਰੰਗਾਂ ਦੇ ਨਾਮ ਲੜੀਵਾਰ ਯਾਦ ਕਰਨ ਲਈ ਪਿਆਰੇ ਬੱਚਿਓ ਤੁਹਾਨੂੰ ਯਾਦ ਕਰਨਾ ਪਵੇਗਾ ਬਿੱਬ ਗਿਓਰ। ਜੇਕਰ ਪਿਆਰੇ ਬੱਚਿਓ ਤੁਸੀਂ ਇਸ ਨੂੰ ਯਾਦ ਰੱਖ ਲਿਆ ਤਾਂ ਤੁਸੀਂ 7 ਰੰਗਾਂ ਦੇ ਨਾਮ ਲੜੀਵਾਰ ਯਾਦ ਰੱਖ ਸਕਦੇ ਹੋ। ਇਸ ਦਾ ਪਿਆਰੇ ਬੱਚਿਓ ਪਹਿਲਾ ਅੱਖਰ ਹੈ। ਪਹਿਲਾ ਅੱਖਰ ਕਿਹੜਾ ਹੈਗਾ? ਵੀ ਤੋਂ ਭਾਵ ਹੁੰਦਾ ਵਾਇਲਟ, ਵਾਇਲਟ ਦਾ ਭਾਵ ਹੁੰਦਾ ਬੈਂਗਣੀ। ਆਈ ਤੇ ਆ ਗਿਆ ਪਿਆਰੇ ਬੱਚਿਓ ਇੰਡੀਗੋ, ਇੰਡੀਗੋ ਦਾ ਭਾਵ ਹੁੰਦਾ ਜਾਮਨੀ। ਬੀ ਤੋਂ ਭਾਵ ਪਿਆਰੇ ਬੱਚਿਓ ਆ ਗਿਆ ਬਲੂ, ਬਲੂ ਦਾ ਭਾਵ ਹੁੰਦਾ ਨੀਲਾ। ਜੀ ਤੋਂ ਬਣ ਗਿਆ ਪਿਆਰੇ ਬੱਚਿਓ ਗ੍ਰੀਨ, ਗ੍ਰੀਨ ਦਾ ਭਾਵ ਹੁੰਦਾ ਹਰਾ। ਵਾਈ ਤੋਂ ਬਣ ਗਿਆ ਪਿਆਰੇ ਬੱਚਿਓ ਯੈਲੋ, ਯੈਲੋ ਦਾ ਮਤਲਬ ਹੁੰਦਾ ਪੀਲਾ। ਓ ਤੋਂ ਬਣ ਗਿਆ ਪਿਆਰੇ ਬੱਚਿਓ ਔਰੇਂਜ, ਔਰੇਂਜ ਦਾ ਮਤਲਬ ਹੁੰਦਾ ਸੰਤਰੀ। ਆਰ ਤੋਂ ਬਣ ਗਿਆ ਪਿਆਰੇ ਬੱਚਿਓ ਰੈੱਡ, ਰੈੱਡ ਦਾ ਭਾਵ ਹੁੰਦਾ ਲਾਲ। ਇਸ ਤਰ੍ਹਾਂ ਪਿਆਰੇ ਬੱਚਿਓ ਤੁਸੀਂ 7 ਰੰਗਾਂ ਦੇ ਨਾਮ ਲੜੀਵਾਰ ਯਾਦ ਕਰ ਸਕਦੇ ਹੋ ਜੇਕਰ ਤੁਸੀਂ ਬਿੱਬ ਗਿਓਰ ਨੂੰ ਯਾਦ ਕਰ ਲਿਆ। ਪਿਆਰੇ ਬੱਚਿਓ, ਇਸ ਵੀਡੀਓ ਦੇ ਵਿੱਚ ਤੁਸੀਂ ਪ੍ਰਕਾਸ਼ ਦੇ 7 ਰੰਗਾਂ ਨੂੰ ਵੇਖ ਰਹੇ ਹੋ। ਤੁਸੀਂ ਵੇਖ ਰਹੇ ਹੋ ਕਿ ਕਿਸ ਤਰ੍ਹਾਂ ਪ੍ਰਕਾਸ਼ 7 ਰੰਗਾਂ ਤੋਂ ਮਿਲ ਕੇ ਬਣਿਆ ਹੈ। ਅਭਿਆਸ ਪ੍ਰਸ਼ਨ ਨੰਬਰ 1, ਖਾਲੀ ਥਾਵਾਂ ਭਰੋ। 1 ਖਾਲੀ ਥਾਵਾਂ ਭਰੋ। ਪਹਿਲੀ ਖਾਲੀ ਥਾਂ ਹੈ ਡੈਸ਼ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਬਰਾਬਰ ਹੁੰਦਾ ਹੈ। ਪਿਆਰੇ ਬੱਚਿਓ, ਕਿਹੜੇ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਬਰਾਬਰ ਹੁੰਦਾ ਹੈ? ਪਿਆਰੇ ਬੱਚਿਓ, ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦਾ ਆਕਾਰ ਵਸਤੂ ਦੇ ਬਰਾਬਰ ਹੁੰਦਾ ਹੈ। ਦੂਸਰੀ ਖਾਲੀ ਥਾਂ ਹੈ ਸਮਤਲ ਦਰਪਣ ਵਿੱਚ ਵਿਅਕਤੀ ਦਾ ਖੱਬਾ ਹੱਥ ਪ੍ਰਤੀਬਿੰਬ ਦਾ ਡੈਸ਼ ਹੱਥ ਨਜ਼ਰ ਆਉਂਦਾ ਹੈ ਅਤੇ ਡੈਸ਼ ਹੱਥ ਪ੍ਰਤੀਬਿੰਬ ਦਾ ਖੱਬਾ ਹੱਥ ਨਜ਼ਰ ਆਉਂਦਾ ਹੈ। ਪਿਆਰੇ ਬੱਚਿਓ, ਸਮਤਲ ਦਰਪਣ ਵਿੱਚ ਵਿਅਕਤੀ ਦਾ ਜਿਹੜਾ ਖੱਬਾ ਹੱਥ ਹੁੰਦਾ ਉਹ ਪ੍ਰਤੀਬਿੰਬ ਦਾ ਸੱਜਾ ਹੱਥ ਨਜ਼ਰ ਆਉਂਦਾ ਹੈ ਅਤੇ ਜਿਹੜਾ ਸੱਜਾ ਹੱਥ ਹੁੰਦਾ ਉਹ ਪ੍ਰਤੀਬਿੰਬ ਦਾ ਖੱਬਾ ਹੱਥ ਨਜ਼ਰ ਆਉਂਦਾ ਹੈ। ਤੀਸਰੀ ਖਾਲੀ ਥਾਂ ਹੈ ਉੱਤਲ ਦਰਪਣ ਲਈ ਹਮੇਸ਼ਾ ਡੈਸ਼ ਅਤੇ ਆਕਾਰ ਵਿੱਚ ਵਸਤੂ ਤੋਂ ਡੈਸ਼ ਪ੍ਰਤੀਬਿੰਬ ਹੋਵੇਗਾ। ਪਿਆਰੇ ਬੱਚਿਓ, ਉੱਤਲ ਦਰਪਣ ਦੇ ਵਿੱਚ ਹਮੇਸ਼ਾ ਆਭਾਸੀ ਅਤੇ ਆਕਾਰ ਵਿੱਚ ਵਸਤੂ ਤੋਂ ਛੋਟਾ ਪ੍ਰਤੀਬਿੰਬ ਪ੍ਰਾਪਤ ਹੋਵੇਗਾ। ਚੌਥੀ ਖਾਲੀ ਥਾਂ ਹੈ ਉੱਤਲ ਲੈਂਜ ਕਿਨਾਰਿਆਂ ਦੀ ਬਜਾਏ ਵਿਚਕਾਰੂ ਡੈਸ਼ ਹੁੰਦਾ ਹੈ, ਅਵਤਲ ਲੈਂਜ ਕਿਨਾਰਿਆਂ ਦੀ ਬਜਾਏ ਵਿਚਕਾਰੂ ਡੈਸ਼ ਹੁੰਦਾ ਹੈ। ਪਿਆਰੇ ਬੱਚਿਓ, ਜਿਹੜਾ ਉੱਤਲ ਲੈਂਜ ਹੁੰਦਾ ਉਹ ਕਿਨਾਰਿਆਂ ਦੀ ਬਜਾਏ ਵਿਚਕਾਰੂ ਕੀ ਹੁੰਦਾ ਪਿਆਰੇ ਬੱਚਿਓ? ਵਿਚਕਾਰੂ ਮੋਟਾ ਹੁੰਦਾ ਤੇ ਜਿਹੜਾ ਅਵਤਲ ਲੈਂਜ ਹੁੰਦਾ ਕਿਨਾਰਿਆਂ ਦੀ ਬਜਾਏ ਵਿਚਕਾਰੂ ਕੀ ਹੁੰਦਾ ਉਹ ਪਤਲਾ ਹੁੰਦਾ ਹੈ। ਪੰਜਵੀਂ ਖਾਲੀ ਥਾਂ ਹੈ ਪ੍ਰਿਜ਼ਮ ਸਫੈਦ ਪ੍ਰਕਾਸ਼ ਨੂੰ ਡੈਸ਼ ਰੰਗਾਂ ਵਿੱਚ ਵੱਖ ਕਰ ਦਿੰਦਾ ਹੈ। ਪਿਆਰੇ ਬੱਚਿਓ, ਜਿਹੜਾ ਪ੍ਰਿਜ਼ਮ ਹੁੰਦਾ ਉਹ ਸਫੈਦ ਪ੍ਰਕਾਸ਼ ਨੂੰ ਕਿੰਨੇ ਰੰਗਾਂ ਵਿੱਚ ਵੱਖ ਕਰ ਦਿੰਦਾ? 7 ਰੰਗਾਂ ਦੇ ਵਿੱਚ। ਪ੍ਰਸ਼ਨ ਨੰਬਰ 2, ਹੇਠ ਲਿਖਿਆਂ ਲਈ ਠੀਕ ਜਾਂ ਗਲਤ ਲਿਖੋ। ਪਹਿਲਾ ਕਥਨ ਹੈ ਇੱਕ ਲੈਂਜ ਵਿੱਚੋਂ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਹੈ। ਪਿਆਰੇ ਬੱਚਿਓ, ਇੱਕ ਲੈਂਜ ਵਿੱਚੋਂ ਪ੍ਰਕਾਸ਼ ਦਾ ਪਰਿਵਰਤਨ ਹੁੰਦਾ ਹੈ। ਇਹ ਕਥਨ ਪਿਆਰੇ ਬੱਚਿਓ ਬਿਲਕੁਲ ਗਲਤ ਹੈ।
दूसरा कथन है प्यारे बच्चों, समतल दर्पण ਵੱਲ आ रही प्रकाश की किरण ਨੂੰ परावर्तित किरण आखदे ਹਨ। प्यारे बच्चों ਇਹ कथन भी बिल्कुल गलत है। समतल दर्पण ਵੱਲ आ रही प्रकाश की किरण ਨੂੰ परावर्तित किरण नहीं आखदे। तीसरा कथन है, समतल दर्पण द्वारा बनाया गया प्रतिबिंब हमेशा दर्पण के सामने बनता है। प्यारे बच्चों ये कथन भी बिल्कुल गलत है। समतल दर्पण द्वारा बनाया गया जो प्रतिबिंब है वह हमेशा दर्पण के सामने नहीं, दर्पण के पिछे बनता है। चौथा कथन है, एक अवतल दर्पण कच के खोखले गोले का एक भाग है जिस दी बाहरली उभरमी सतह उपर एक चमकीली चांदी रंगी परत हुंदी है अते इस दी अंदरली सतह तो परावर्तन हुंदा है। प्यारे बच्चों ये कथन बिल्कुल सही है। पंजवां कथन है, अवतल लेंज हमेशा वस्तु का सीधा, आभासी अते वस्तु तो छोटा प्रतिबिंब बनाउंदा है। ये कथन भी प्यारे बच्चों बिल्कुल ठीक है कि जिहड़ा अवतल लेंज हुंदा ओह वस्तु का सीधा, आभासी अते वस्तु तो छोटा प्रतिबिंब बनाउंदा है। प्रश्न नंबर 3, हेठ लिखे कालमां विच ठीक उत्तरां दा मिलान करो। कालम ऊड़ा ते कालम आड़ा दा प्यारे बच्चों आपां मिलान करना है। दंदां दे डॉक्टरां द्वारा वरतिया जाण वाला दर्पण। प्यारे बच्चों दंदां दे जिहड़े डॉक्टर हुंदे ने ओह किहड़ा दर्पण वरतदे ने? ओह वरतदे ने प्यारे बच्चों अवतल दर्पण। पिछे देखण वाला दर्पण। प्यारे बच्चों पिछे देखण वाला दर्पण कित्थे वरतों दे विच लिआंदा जांदा? वाहनां दे विच, कारां, गड्डियां, मोटरसाइकिल आदि दे विच वरतों दे विच लिआंदा जांदा है। वड्डदर्शी लेंज। प्यारे बच्चों इसदी वरतों कित्थे हुंदी है? सूक्ष्मदर्शी दे विच हुंदी है। अवतल लेंज। अवतल लेंज की वरतों प्यारे बच्चों कित्थे हुंदी है? अवतल लेंज की वरतों हुंदी है प्यारे बच्चों ऐनकां दे विच। प्रश्न नंबर 4, बहुविकल्पी उत्तरां वाले प्रश्न। पहला प्रश्न है, इन्हां विचों किहड़ा प्रकाश का चंगी तरह परावर्तन नहीं करता? इसदे ऑप्शन दिते ने, ऑप्शन ऊड़ा समतल दर्पण, ऑप्शन आड़ा अवतल दर्पण, ऑप्शन ईडी है उत्तल दर्पण, ऑप्शन सस्सा गत्ते का टुकड़ा। प्यारे बच्चों इन्हां दे विचों किहड़ा प्रकाश का चंगी तरह परावर्तन नहीं करता? प्यारे बच्चों समतल दर्पण करता है, बिल्कुल करता है। अवतल दर्पण करता है, बिल्कुल करता है। उत्तल दर्पण करता है, बिल्कुल करता है। पर जिहड़ा गत्ते का टुकड़ा प्यारे बच्चों ओह प्रकाश का चंगी तरह परावर्तन नहीं करता। पहले प्रश्न का सही उत्तर होगा ऑप्शन सस्सा गत्ते का टुकड़ा। दूसरा प्रश्न है, इन्हां विचों किहड़ा कारां ते होर वाहनां विच पिछे देखण वाले दर्पण वजों वरतिया जांदा है? इसदे ऑप्शन दिते ने, ऑप्शन ऊड़ा अवतल दर्पण, ऑप्शन आड़ा उत्तल दर्पण, ऑप्शन ईडी उत्तल लेंज, ऑप्शन सस्सा अवतल लेंज। प्यारे बच्चों इन्हां दे विचों किहड़ा कारां ते होर वाहनां विच पिछे देखण वाले दर्पण वजों वरतिया जांदा? इन्हां दे विचों वरतिया जांदा प्यारे बच्चों उत्तल दर्पण। दूसरे प्रश्न का सही उत्तर है ऑप्शन आड़ा उत्तल दर्पण। तीसरा प्रश्न है, अवतल लेंज हमेशा वस्तु का किहो जिहा प्रतिबिंब बनाउंदा है? इसके ऑप्शन दिते ने, ऑप्शन ऊड़ा वास्तविक अते छोटा, ऑप्शन आड़ा आभासी अते बड़ा, ऑप्शन ईडी वास्तविक अते बड़ा, ऑप्शन सस्सा आभासी अते छोटा। प्यारे बच्चों अवतल लेंज हमेशा वस्तु का किहो जिहा प्रतिबिंब बनाउंदा है? अवतल लेंज बनाउंदा प्यारे बच्चों आभासी अते छोटा। तीसरे प्रश्न का सही उत्तर होगा ऑप्शन सस्सा आभासी अते छोटा। चौथा प्रश्न है, सफेद प्रकाश के किसी प्रिज्म विचों लंघ के 7 रंगां विच वख होण दी किरिया नूं की आखदे हन? इसके ऑप्शन दिते ने, ऑप्शन ऊड़ा प्रकाश का परावर्तन, ऑप्शन आड़ा प्रकाश का अपवर्तन, ऑप्शन ईडी प्रकाश का मुड़ना, ऑप्शन सस्सा प्रकाश का वर्ण विखेपण। प्यारे बच्चों सफेद प्रकाश के किसी प्रिज्म विचों लंघ के 7 रंगां विच वख होण दी किरिया नूं की आखदे हां? इस नूं असीं आखदे हां प्यारे बच्चों प्रकाश का वर्ण विखेपण। चौथे प्रश्न का सही उत्तर है ऑप्शन सस्सा प्रकाश का वर्ण विखेपण। प्रश्न नंबर 5, बहुत छोटे उत्तरां वाले प्रश्न। पहला प्रश्न है, समतल दर्पण द्वारा बनाया प्रतिबिंब वास्तविक हुंदा है या आभासी? प्यारे बच्चों समतल दर्पण द्वारा बनाया प्रतिबिंब किहो जिहा हुंदा है? समतल दर्पण द्वारा बनाया गया प्रतिबिंब हुंदा प्यारे बच्चों आभासी। दूसरा प्रश्न है, किहड़ा लेंज वस्तु का वास्तविक प्रतिबिंब बनाउंदा है? प्यारे बच्चों किहड़ा लेंज वस्तु का वास्तविक प्रतिबिंब बनाउंदा है? किसी वस्तु का जिहड़ा वास्तविक प्रतिबिंब है वह बनाउंदा प्यारे बच्चों उत्तल लेंज। तीसरा प्रश्न है, उत्तल लेंज किहड़े यंत्र विच वरतिया जांदा है? प्यारे बच्चों जिहड़ा उत्तल लेंज है किहड़े यंत्र विच वरतिया जांदा है? उत्तल लेंज वरतिया जांदा प्यारे बच्चों सूक्ष्मदर्शी दे विच। प्यारे बच्चों इस चित्र दे विच तुसीं सूक्ष्मदर्शी नूं वेख रहे हो। चौथा प्रश्न है, सतरंगी पींग वाले 7 रंगां दे डिस्क नूं की आखदे हन? प्यारे बच्चों सतरंगी पींग विच 7 रंगां दे डिस्क नूं की आखदे हां? सतरंगी पींग दे विच 7 रंगां दे डिस्क नूं असीं आखदे हां प्यारे बच्चों न्यूटन डिस्क। प्रश्न नंबर 6, छोटे उत्तरां वाले प्रश्न।
ਪੰਜਵਾਂ ਪ੍ਰਸ਼ਨ ਹੈ ਵਾਸਤਵਿਕ ਅਤੇ ਆਭਾਸੀ ਪ੍ਰਤੀਬਿੰਬ ਵਿੱਚ ਅੰਤਰ ਦੱਸੋ ਅਤੇ ਉਦਾਹਰਨਾਂ ਦਿਓ। ਪਿਆਰੇ ਬੱਚਿਓ, ਇਸ ਕਾਲਮ ਦੇ ਵਿੱਚ ਵਾਸਤਵਿਕ ਪ੍ਰਤੀਬਿੰਬ ਦਿੱਤਾ ਤੇ ਇਸ ਕਾਲਮ ਦੇ ਵਿੱਚ ਪਿਆਰੇ ਬੱਚਿਓ ਆਭਾਸੀ ਪ੍ਰਤੀਬਿੰਬ ਦਿੱਤਾ ਹੈ। ਜਿਹੜਾ ਵਾਸਤਵਿਕ ਪ੍ਰਤੀਬਿੰਬ ਹੁੰਦਾ ਹੈ ਪਿਆਰੇ ਬੱਚਿਓ, ਵਾਸਤਵਿਕ ਪ੍ਰਤੀਬਿੰਬ ਪਰਦੇ ਤੇ ਪ੍ਰਾਪਤ ਕੀਤਾ ਜਾ ਸਕਦਾ ਹੈ ਤੇ ਜਿਹੜਾ ਆਭਾਸੀ ਪ੍ਰਤੀਬਿੰਬ ਹੈ ਪਿਆਰੇ ਬੱਚਿਓ, ਉਹ ਪਰਦੇ ਤੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜਿਹੜਾ ਵਾਸਤਵਿਕ ਪ੍ਰਤੀਬਿੰਬ ਹੁੰਦਾ ਪਿਆਰੇ ਬੱਚਿਓ, ਇਹ ਪ੍ਰਕਾਸ਼ ਦੀਆਂ ਕਿਰਨਾਂ ਅਸਲ ਵਿੱਚ ਮਿਲਣ ਨਾਲ ਬਣਦਾ ਹੈ ਤੇ ਜਿਹੜਾ ਆਭਾਸੀ ਪ੍ਰਤੀਬਿੰਬ ਹੁੰਦਾ ਪਿਆਰੇ ਬੱਚਿਓ, ਇਸ ਵਿੱਚ ਪ੍ਰਕਾਸ਼ ਦੀਆਂ ਕਿਰਨਾਂ ਅਸਲ ਵਿੱਚ ਨਹੀਂ ਮਿਲਦੀਆਂ। ਜਿਹੜਾ ਵਾਸਤਵਿਕ ਪ੍ਰਤੀਬਿੰਬ ਹੁੰਦਾ ਪਿਆਰੇ ਬੱਚਿਓ, ਇਹ ਆਮ ਤੌਰ ਤੇ ਉਲਟਾ ਹੁੰਦਾ ਹੈ ਤੇ ਜਿਹੜਾ ਆਭਾਸੀ ਪ੍ਰਤੀਬਿੰਬ ਹੁੰਦਾ ਪਿਆਰੇ ਬੱਚਿਓ, ਇਹ ਆਮ ਤੌਰ ਤੇ ਸਿੱਧਾ ਹੁੰਦਾ ਹੈ। ਜਿਹੜਾ ਵਾਸਤਵਿਕ ਪ੍ਰਤੀਬਿੰਬ ਹੁੰਦਾ ਪਿਆਰੇ ਬੱਚਿਓ, ਪ੍ਰੋਜੈਕਟਰ ਦੁਆਰਾ ਬਣਿਆ ਪ੍ਰਤੀਬਿੰਬ ਵਾਸਤਵਿਕ ਹੁੰਦਾ ਹੈ ਤੇ ਜਿਹੜਾ ਆਭਾਸੀ ਹੁੰਦਾ ਪਿਆਰੇ ਬੱਚਿਓ, ਉਹ ਕੌਣ ਬਣਾਉਂਦਾ? ਸਮਤਲ ਦਰਪਣ ਦੁਆਰਾ ਬਣਿਆ ਗਿਆ ਜਿਹੜਾ ਪ੍ਰਤੀਬਿੰਬ ਹੁੰਦਾ ਉਹ ਕੀ ਹੁੰਦਾ? ਉਹ ਹੁੰਦਾ ਪਿਆਰੇ ਬੱਚਿਓ ਆਭਾਸੀ। ਛੇਵਾਂ ਪ੍ਰਸ਼ਨ ਹੈ ਇੱਕ ਵਿਅਕਤੀ ਸਮਤਲ ਦਰਪਣ ਤੋਂ 2 ਮੀਟਰ ਦੂਰੀ ਤੇ ਖੜਾ ਹੈ, ਉਸ ਦਾ ਪ੍ਰਤੀਬਿੰਬ ਕਿੰਨੀ ਦੂਰੀ ਤੇ ਬਣੇਗਾ? ਪਿਆਰੇ ਬੱਚਿਓ, ਉਸ ਵਿਅਕਤੀ ਤੋਂ ਕਿੰਨੀ ਦੂਰੀ ਤੇ ਬਣੇਗਾ ਤੇ ਦਰਪਣ ਤੋਂ ਕਿੰਨੀ ਦੂਰੀ ਤੇ ਬਣੇਗਾ, ਆਪਾਂ ਇਹ ਦੱਸਣਾ ਹੈ। ਪਿਆਰੇ ਬੱਚਿਓ, ਜੇਕਰ ਇੱਕ ਵਿਅਕਤੀ ਸਮਤਲ ਦਰਪਣ ਤੋਂ 2 ਮੀਟਰ ਦੀ ਦੂਰੀ ਤੇ ਖੜਿਆ ਹੈ ਤਾਂ ਸਮਤਲ ਦਰਪਣ ਤੋਂ ਵਿਅਕਤੀ ਦੀ ਦੂਰੀ ਕਿੰਨੀ ਹੋਗੀ? 2 ਮੀਟਰ। ਤੇ ਜਿਹੜਾ ਉਹਦੇ ਪ੍ਰਤੀਬਿੰਬ ਹੈ ਸਮਤਲ ਦਰਪਣ ਦੇ ਪਿੱਛੇ ਬਣਦਾ, ਕਿੰਨੀ ਦੂਰ ਬਣਦਾ? ਜਿੰਨੀ ਦੂਰ ਵਿਅਕਤੀ ਹੋਵੇਗਾ। 2 ਮੀਟਰ ਅੱਗੇ ਆ ਤਾਂ 2 ਮੀਟਰ ਪਿੱਛੇ ਹੋ ਗਿਆ, ਤਾਂ ਕੁੱਲ ਕਿੰਨਾ ਹੋ ਗਿਆ? 4 ਮੀਟਰ। ਪਿਆਰੇ ਬੱਚਿਓ, ਵਿਅਕਤੀ ਤੋਂ ਕਿੰਨੀ ਦੂਰ ਬਣੇਗਾ? ਵਿਅਕਤੀ ਤੋਂ ਪ੍ਰਤੀਬਿੰਬ ਬਣੇਗਾ 4 ਮੀਟਰ ਦੀ ਦੂਰੀ ਤੇ ਦਰਪਣ ਤੋਂ ਕਿੰਨੀ ਦੂਰੀ ਤੇ ਬਣੇਗਾ ਪਿਆਰੇ ਬੱਚਿਓ? ਪ੍ਰਤੀਬਿੰਬ ਦਰਪਣ ਤੋਂ 2 ਮੀਟਰ ਦੂਰੀ ਤੇ ਬਣੇਗਾ। ਸੱਤਵਾਂ ਪ੍ਰਸ਼ਨ ਹੈ ਅਵਤਲ ਦਰਪਣ ਦੇ 2 ਉਪਯੋਗ ਲਿਖੋ। ਪਿਆਰੇ ਬੱਚਿਓ, ਜਿਹੜਾ ਅਵਤਲ ਦਰਪਣ ਹੁੰਦਾ ਹੈ ਉਹ ਵਾਹਨਾਂ ਦੀਆਂ ਹੈਡਲਾਈਟਾਂ ਅਤੇ ਸੂਰਜੀ ਭੱਠੀ ਵਿੱਚ ਵਰਤੇ ਜਾਂਦੇ ਹਨ। ਅੱਠਵਾਂ ਪ੍ਰਸ਼ਨ ਹੈ ਉੱਤਲ ਅਤੇ ਅਵਤਲ ਲੈਂਜ ਵਿੱਚ 2 ਅੰਤਰ ਦੱਸੋ। ਪਿਆਰੇ ਬੱਚਿਓ, ਜਿਹੜਾ ਉੱਤਲ ਲੈਂਜ ਹੁੰਦਾ ਇਹ ਵਿਚਕਾਰੋਂ ਮੋਟਾ ਅਤੇ ਕਿਨਾਰਿਆਂ ਤੋਂ ਪਤਲਾ ਹੁੰਦਾ ਹੈ ਤੇ ਜਿਹੜਾ ਅਵਤਲ ਲੈਂਜ ਹੁੰਦਾ ਪਿਆਰੇ ਬੱਚਿਓ, ਇਹ ਵਿਚਕਾਰੋਂ ਪਤਲਾ ਅਤੇ ਕਿਨਾਰਿਆਂ ਤੋਂ ਮੋਟਾ ਹੁੰਦਾ ਹੈ। ਪਿਆਰੇ ਬੱਚਿਓ, ਜਿਹੜਾ ਉੱਤਲ ਲੈਂਜ ਹੈ ਇਹ ਵਾਸਤਵਿਕ ਪ੍ਰਤੀਬਿੰਬ ਬਣਾ ਸਕਦਾ ਹੈ ਤੇ ਜਿਹੜਾ ਅਵਤਲ ਲੈਂਜ ਹੁੰਦਾ ਪਿਆਰੇ ਬੱਚਿਓ, ਇਹ ਹਮੇਸ਼ਾ ਹੀ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ। ਪਿਆਰੇ ਬੱਚਿਓ, ਜਿਹੜਾ ਉੱਤਲ ਲੈਂਜ ਹੁੰਦਾ ਇਹ ਅਭਿਸਾਰੀ ਹੈ, ਭਾਵ ਪ੍ਰਕਾਸ਼ ਨੂੰ ਇਕੱਠਾ ਕਰਨ ਵਾਲਾ ਲੈਂਜ ਹੈ ਤੇ ਜਿਹੜਾ ਅਵਤਲ ਲੈਂਜ ਹੈ ਪਿਆਰੇ ਬੱਚਿਓ, ਇਹ ਅਪਸਾਰੀ ਹੈ, ਭਾਵ ਪ੍ਰਕਾਸ਼ ਨੂੰ ਖਿਲਾਰਨ ਵਾਲਾ ਲੈਂਜ ਹੈ। 9ਵਾਂ ਪ੍ਰਸ਼ਨ ਹੈ ਸਫੈਦ ਪ੍ਰਕਾਸ਼ ਵਿੱਚ ਕਿੰਨੇ ਰੰਗ ਹੁੰਦੇ ਹਨ, ਉਹਨਾਂ ਦੇ ਨਾਮ ਦੱਸੋ। ਪਿਆਰੇ ਬੱਚਿਓ, ਸਫੈਦ ਪ੍ਰਕਾਸ਼ ਦੇ ਵਿੱਚ ਕਿੰਨੇ ਰੰਗ ਹੁੰਦੇ ਨੇ? ਸਫੈਦ ਪ੍ਰਕਾਸ਼ ਦੇ ਵਿੱਚ ਹੁੰਦੇ ਨੇ ਪਿਆਰੇ ਬੱਚਿਓ 7 ਰੰਗ। ਇਹਨਾਂ 7 ਰੰਗਾਂ ਨੂੰ ਲੜੀਵਾਰ ਯਾਦ ਕਰਨ ਲਈ ਪਿਆਰੇ ਬੱਚਿਓ ਤੁਹਾਨੂੰ ਕੀ ਯਾਦ ਕਰਨਾ ਪਵੇਗਾ? ਉਸ ਨੂੰ ਯਾਦ ਕਰਨ ਲਈ ਪਿਆਰੇ ਬੱਚਿਓ ਤੁਹਾਨੂੰ ਯਾਦ ਕਰਨਾ ਪਵੇਗਾ ਵਿਬਗਯੌਰ। ਵੀ ਤੋਂ ਪਿਆਰੇ ਬੱਚਿਓ ਭਾਵ ਹੁੰਦਾ ਵਾਇਲਟ, ਵਾਇਲਟ ਦਾ ਭਾਵ ਹੁੰਦਾ ਬੈਂਗਣੀ। ਆਈ ਤੋਂ ਭਾਵ ਹੁੰਦਾ ਪਿਆਰੇ ਬੱਚਿਓ ਇੰਡੀਗੋ, ਇੰਡੀਗੋ ਤੋਂ ਭਾਵ ਹੁੰਦਾ ਜਾਮਨੀ। ਬੀ ਤੋਂ ਬਣੇਗਾ ਪਿਆਰੇ ਬੱਚਿਓ ਬਲੂ, ਬਲੂ ਦਾ ਭਾਵ ਹੁੰਦਾ ਨੀਲਾ। ਜੀ ਦਾ ਭਾਵ ਹੁੰਦਾ ਪਿਆਰੇ ਬੱਚਿਓ ਗ੍ਰੀਨ, ਗ੍ਰੀਨ ਦਾ ਭਾਵ ਹੁੰਦਾ ਹਰਾ। ਵਾਈ ਦਾ ਭਾਵ ਹੁੰਦਾ ਪਿਆਰੇ ਬੱਚਿਓ ਯੈਲੋ, ਯੈਲੋ ਮੀਨਿੰਗ ਹੁੰਦਾ ਪੀਲਾ। ਓ ਤੋਂ ਬਣੇਗਾ ਪਿਆਰੇ ਬੱਚਿਓ ਔਰੇਂਜ, ਔਰੇਂਜ ਤੋਂ ਭਾਵ ਹੁੰਦਾ ਸੰਤਰੀ। ਆਰ ਤੋਂ ਬਣੇਗਾ ਪਿਆਰੇ ਬੱਚਿਓ ਰੈੱਡ, ਰੈੱਡ ਦਾ ਭਾਵ ਹੁੰਦਾ ਲਾਲ। ਇਸ ਤਰ੍ਹਾਂ ਪਿਆਰੇ ਬੱਚਿਓ ਤੁਸੀਂ ਸਫੈਦ ਪ੍ਰਕਾਸ਼ ਦੇ ਵਿੱਚ ਜਿਹੜੇ 7 ਰੰਗ ਹੁੰਦੇ ਨੇ ਉਹਨਾਂ ਨੂੰ ਤੁਸੀਂ ਲੜੀਵਾਰ ਯਾਦ ਕਰ ਸਕਦੇ ਹੋ। 10ਵਾਂ ਪ੍ਰਸ਼ਨ ਹੈ ਰਵੀ ਆਪਣਾ ਪ੍ਰਤੀਬਿੰਬ ਸਮਤਲ ਦਰਪਣ ਵਿੱਚ ਦੇਖਦਾ ਹੈ। ਸਮਤਲ ਦਰਪਣ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਦੂਰੀ 6 ਮੀਟਰ ਹੈ। ਜੇ ਉਹ ਦਰਪਣ ਵੱਲ 2 ਮੀਟਰ ਚੱਲਦਾ ਹੈ ਤਾਂ ਰਵੀ ਅਤੇ ਉਸਦੇ ਪ੍ਰਤੀਬਿੰਬ ਵਿਚਕਾਰ ਕਿੰਨੀ ਦੂਰੀ ਹੋ ਜਾਵੇਗੀ? ਪਿਆਰੇ ਬੱਚਿਓ, ਅਸੀਂ ਜਾਣਦੇ ਹਾਂ ਕਿ ਸਮਤਲ ਦਰਪਣ ਦੁਆਰਾ ਪ੍ਰਤੀਬਿੰਬ ਦਰਪਣ ਦੇ ਪਿੱਛੇ ਓਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਦਰਪਣ ਅਤੇ ਵਸਤੂ ਵਿੱਚ ਹੁੰਦੀ ਹੈ। ਦਰਪਣ ਵੱਲ 2 ਮੀਟਰ ਚੱਲਣ ਤੇ ਰਵੀ ਦੀ ਦਰਪਣ ਤੋਂ ਅਤੇ ਦਰਪਣ ਤੋਂ ਪ੍ਰਤੀਬਿੰਬ ਦੀ ਦੂਰੀ 4-4 ਮੀਟਰ ਹੋ ਜਾਵੇਗੀ। ਇਸ ਲਈ ਰਵੀ ਆਪਣੇ ਪ੍ਰਤੀਬਿੰਬ ਤੋਂ ਕਿੰਨੇ ਮੀਟਰ ਦੂਰ ਹੋ ਜਾਵੇਗਾ? 8 ਮੀਟਰ ਦੂਰ। ਪ੍ਰਸ਼ਨ ਨੰਬਰ 7 ਵੱਡੇ ਉੱਤਰਾਂ ਵਾਲੇ ਪ੍ਰਸ਼ਨ। 11ਵਾਂ ਪ੍ਰਸ਼ਨ ਹੈ ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬਾਂ ਦੇ ਲੱਛਣਾਂ ਬਾਰੇ ਦੱਸ ਕੇ ਵਿਆਖਿਆ ਕਰੋ। ਪਿਆਰੇ ਬੱਚਿਓ, ਸਮਤਲ ਦਰਪਣ ਦੁਆਰਾ ਬਣਾਏ ਗਏ ਪ੍ਰਤੀਬਿੰਬ ਦੇ ਲੱਛਣ। ਪਹਿਲਾ ਲੱਛਣ ਹੈ ਸਮਤਲ ਦਰਪਣ ਹਮੇਸ਼ਾ ਸਿੱਧਾ ਅਤੇ ਆਭਾਸੀ ਪ੍ਰਤੀਬਿੰਬ ਬਣਾਉਂਦਾ ਹੈ। ਦੂਸਰਾ, ਸਮਤਲ ਦਰਪਣ ਹਮੇਸ਼ਾ ਵਸਤੂ ਦੇ ਬਰਾਬਰ ਆਕਾਰ ਦਾ ਪ੍ਰਤੀਬਿੰਬ ਬਣਾਉਂਦਾ ਹੈ। ਤੀਸਰਾ, ਸਮਤਲ ਦਰਪਣ ਦੇ ਪਿੱਛੇ ਪ੍ਰਤੀਬਿੰਬ ਓਨੀ ਹੀ ਦੂਰੀ ਤੇ ਬਣਦਾ ਹੈ ਜਿੰਨੀ ਦੂਰੀ ਤੇ ਵਸਤੂ ਦਰਪਣ ਦੇ ਸਾਹਮਣੇ ਰੱਖੀ ਜਾਂਦੀ ਹੈ। ਚੌਥਾ, ਸਮਤਲ ਦਰਪਣ ਹਮੇਸ਼ਾ ਪਾਸਿਆਂ ਦਾ ਉਲਟ ਪ੍ਰਤੀਬਿੰਬ ਬਣਾਉਂਦਾ ਹੈ, ਭਾਵ ਵਸਤੂ ਦਾ ਖੱਬਾ ਪਾਸਾ ਦਰਪਣ ਵਿੱਚ ਸੱਜਾ ਨਜ਼ਰ ਆਉਂਦਾ ਹੈ।
12ਵਾਂ ਪ੍ਰਸ਼ਨ ਹੈ, ਪ੍ਰਕਾਸ਼ ਦੇ ਵਰਣ ਵਿਖੇਪਣ ਤੋਂ ਕੀ ਭਾਵ ਹੈ? ਪ੍ਰਿਜ਼ਮ ਦੀ ਵਰਤੋਂ ਕਰਕੇ ਵਿਆਖਿਆ ਕਰੋ। ਕਿਹੜਾ ਕੁਦਰਤੀ ਵਰਤਾਰਾ ਪ੍ਰਕਾਸ਼ ਦੇ ਵਰਣ ਵਿਖੇਪਣ ਨਾਲ ਜੁੜਿਆ ਹੈ? ਪਿਆਰੇ ਬੱਚਿਓ, ਪ੍ਰਕਾਸ਼ ਦਾ ਵਰਣ ਵਿਖੇਪਣ ਸਫੈਦ ਪ੍ਰਕਾਸ਼ ਦੇ ਕਿਸੇ ਪ੍ਰਿਜ਼ਮ ਵਿੱਚੋਂ ਲੰਘ ਕੇ 7 ਰੰਗਾਂ ਵਿੱਚ ਵੱਖ ਹੋਣ ਦੀ ਕਿਰਿਆ ਨੂੰ ਪ੍ਰਕਾਸ਼ ਦਾ ਵਰਣ ਵਿਖੇਪਣ ਕਹਿੰਦੇ ਹਨ। ਇੱਕ ਪ੍ਰਿਜ਼ਮ ਵਿੱਚੋਂ ਸਫੈਦ ਪ੍ਰਕਾਸ਼ ਲੰਘਾਉਣ ਤੇ ਅਸੀਂ ਵੇਖਦੇ ਹਾਂ ਕਿ ਪ੍ਰਕਾਸ਼ 7 ਰੰਗਾਂ ਵਿੱਚ ਵੱਖ ਹੋ ਜਾਂਦਾ ਹੈ। ਪਿਆਰੇ ਬੱਚਿਓ, ਇਹ 7 ਰੰਗ ਯਾਦ ਕਰਨ ਵਾਸਤੇ ਤੁਹਾਨੂੰ ਫਾਰਮੂਲਾ ਯਾਦ ਕਰਨਾ ਪਵੇਗਾ ਵਿਬਗਯੋਰ। ਬੀ ਤੋਂ ਭਾਵ ਹੁੰਦਾ ਵਾਇਲਟ, ਵਾਇਲਟ ਦਾ ਭਾਵ ਹੁੰਦਾ ਬੈਂਗਨੀ। ਆਈ ਤੋਂ ਇੰਡੀਗੋ, ਇੰਡੀਗੋ ਦਾ ਭਾਵ ਹੁੰਦਾ ਜਾਮਨੀ। ਬੀ ਤੋਂ ਬਲੂ, ਬਲੂ ਦਾ ਭਾਵ ਹੁੰਦਾ ਨੀਲਾ। ਜੀ ਤੋਂ ਗ੍ਰੀਨ, ਗ੍ਰੀਨ ਦਾ ਭਾਵ ਹੁੰਦਾ ਹਰਾ। ਵਾਈ ਤੋਂ ਯੈਲੋ, ਯੈਲੋ ਦਾ ਭਾਵ ਹੁੰਦਾ ਪੀਲਾ। ਓ ਤੋਂ ਔਰੇਂਜ, ਔਰੇਂਜ ਦਾ ਭਾਵ ਹੁੰਦਾ ਸੰਤਰੀ। ਆਰ ਤੋਂ ਭਾਵ ਹੁੰਦਾ ਰੈੱਡ, ਰੈੱਡ ਤੋਂ ਭਾਵ ਹੁੰਦਾ ਲਾਲ। ਬਰਖਾ ਤੋਂ ਬਾਅਦ ਆਕਾਸ਼ ਵਿੱਚ ਸਤਰੰਗੀ ਪੀਂਘ ਦਾ ਬਣਨਾ ਪ੍ਰਕਾਸ਼ ਦੇ ਵਰਣ ਵਿਖੇਪਣ ਦਾ ਨਤੀਜਾ ਹੈ।